ਤਾਂ ਇਸ ਵਾਸਤੇ ਜਿਹੜੇ ਕਾਰਟੂਨ ਦੇ ਵਿੱਚ ਸਾਡੀਆਂ ਸ਼ਕਲਾਂ ਪੇਸ਼ ਕੀਤੀਆਂ ਜਾਂਦੀਆਂ ਉਹ ਤਾਂ ਅਸਲੀ ਸ਼ਕਲਾਂ ਨਹੀਂ। ਜੋ ਕੁਛ ਸਾਡੇ ਕੋਲ ਇਸ ਤਰ੍ਹਾਂ ਦੇ ਕਾਰਟੂਨ ਬੁੱਕਸ ਆ ਰਹੀਆਂ ਨੇ ਜਾਂ ਫਿਲਮਸ ਆ ਰਹੀਆਂ ਨੇ ਜਾਂ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਆ ਰਹੇ ਨੇ, ਇਹ ਐਕਚੁਅਲ ਪ੍ਰੈਜੈਂਟੇਸ਼ਨ ਦੀ ਬਜਾਏ ਕੈਰੀਕੇਚਰ ਜ਼ਿਆਦਾ ਬਣ ਗਏ ਨੇ। ਕੈਰੀਕੇਚਰ ਵੀ ਗੁਰੂ ਸਾਹਿਬ ਦੀਆਂ ਤਸਵੀਰਾਂ ਬੜੀਆਂ ਬੜੀਆਂ ਅਜੀਬ ਜਿਹੀਆਂ ਆਉਂਦੀਆਂ ਨੇ। ਗੁਰੂ ਸਾਹਿਬ ਦੀਆਂ ਤਸਵੀਰਾਂ ਪਹਿਲੀ ਗੱਲ ਤਾਂ ਬਣਨੀਆਂ ਹੀ ਨਹੀਂ ਚਾਹੀਦੀਆਂ, ਅਤੇ ਜੇ ਬਣਦੀਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਹ ਬੜੀਆਂ ਅਜੀਬ ਨੇ। ਕਿਤੇ ਗੁਰੂ ਨਾਨਕ ਸਾਹਿਬ ਦਾ ਕੋਈ ਫਾਰਮ ਆ ਜਾਂਦਾ, ਕਿਤੇ ਕੋਈ ਫਾਰਮ ਆ ਜਾਂਦਾ, ਹਸਾਉਣੀਆਂ ਤਸਵੀਰਾਂ ਨੇ, ਮਜ਼ਾਕ ਵਾਲੀਆਂ ਨੇ। ਤੋ ਕਈ ਵਾਰ ਤਾਂ ਲੱਗਦਾ ਵੀ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ, ਇੱਕ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਹੋਵੇ ਜਿਸ ਤੋਂ ਸਾਨੂੰ ਪਤਾ ਨਹੀਂ ਲੱਗ ਰਿਹਾ। ਦੂਸਰੀ ਗੱਲ ਤੁਸੀਂ ਜਿਹੜੀ ਕੀਤੀ ਹੈ, ਮੈਂ ਇੰਟਰਨੈੱਟ ਦੀ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਇੰਟਰਨੈੱਟ ਇਸ ਵੇਲੇ ਦੁਨੀਆ ਵਿੱਚ ਸਭ ਤੋਂ ਵੱਧ ਯੂਜ਼ ਕੀਤਾ ਜਾਣ ਵਾਲਾ ਆਡੀਓ ਵਿਜ਼ੂਅਲ ਜਿਹੜਾ ਸਿਸਟਮ ਹੈ। ਇਹਦੇ 'ਚ ਵੀ ਖਾਸ ਕਰਕੇ YouTube ਹੈ, ਗੂਗਲ ਹੈ, ਫੇਸਬੁੱਕ ਹੈ, ਟਵਿੱਟਰ ਹੈ ਔਰ ਨਿਊਜ਼ ਡਿਸਕਸ਼ਨ ਗਰੁੱਪਸ ਨੇ। ਅਤੇ ਸਭ ਤੋਂ ਜ਼ਿਆਦਾ ਜਿਹੜਾ ਇਸ ਵੇਲੇ ਵਰਤਿਆ ਜਾ ਰਿਹਾ YouTube ਔਰ ਫੇਸਬੁੱਕ ਨੂੰ ਹੈ। ਔਰ ਇਹਨਾਂ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਉਹ ਕਿਉਂਕਿ ਮੋਟਲੀ ਇਨਫੋਰਮੇਸ਼ਨ ਹੈ, ਵੱਖ-ਵੱਖ ਸੋਰਸਿਸ ਤੋਂ ਆ ਰਹੀ ਹੈ, ਕਈ ਵਾਰ ਤਾਂ ਇੰਨੀ ਡਿਸਟੋਰਸ਼ਨ ਹੈ। ਦੋ ਨੁਕਸਾਨ ਉਹਦੇ 'ਚ ਹੁੰਦੇ ਹਨ ਕਿ ਜੇ ਤਾਂ ਕਿਸੇ ਨੇ ਇੱਕ ਗਲਤ ਇਨਫੋਰਮੇਸ਼ਨ ਨੂੰ ਚੁਣ ਲਿਆ ਤਾਂ ਉਹ ਪਹਿਲੀ ਗੱਲ ਤਾਂ ਮਿਸਗਾਈਡਡ ਹੋ ਗਿਆ। ਤੁਸੀਂ ਗਲਤ ਇਨਫੋਰਮੇਸ਼ਨ ਦੀ ਗੱਲ ਕੀਤੀ ਹੈ, ਆਈ ਗਾਟ ਇਟ। ਹਾਂਜੀ, ਇਹ ਵੀ ਕਰਦੇ ਆਪਾਂ। ਮਿਸ ਇਨਫੋਰਮੇਸ਼ਨ ਤਾਂ ਇੱਕ ਹੋ ਗਈ ਨਾ ਵੀ ਉਹ ਗਲਤ ਪਾਸੇ ਤੁਰ ਪਿਆ, ਪਰ ਜੇ ਕਿਸੇ ਨੇ ਦੋਵੇਂ ਪਾਸੇ ਦੇਖ ਲਿਆ, ਦੋ ਵੇਖ ਲੈਣੇ ਚੈਨਲ, ਅਤੇ ਦੋਨਾਂ ਵਿੱਚ ਹੀ ਵੱਖਰੀ ਵੱਖਰੀ ਉਹ ਕਨਫਿਊਜ਼ ਹੋ ਜਾਏਗਾ। ਸੋ ਕਨਫਿਊਜ਼ਨ ਵੀ ਨੁਕਸਾਨਦੇਹ ਹੈ ਔਰ ਮਿਸਗਾਈਡੈਂਸ ਵੀ ਨੁਕਸਾਨਦੇਹ ਹੈ। ਸੋ ਜਿਸ ਚੀਜ਼ ਨੇ ਪੋਜ਼ੀਟਿਵ ਰੋਲ ਅਦਾ ਕਰਨਾ ਸੀ, ਮੈਂ ਇੱਕ ਵਾਰੀ ਇੱਕ ਪ੍ਰੋਗਰਾਮ ਦੇਖਿਆ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਟਰਾਂਸਲੇਸ਼ਨ ਸੀ ਇੰਗਲਿਸ਼ ਦੀ। ਮੈਂ ਉਸ ਟਰਾਂਸਲੇਸ਼ਨ ਵੇਖੀ ਅਤੇ ਆਈ ਵਾਜ਼ ਸ਼ੌਕਡ। ਇਸ ਤਰ੍ਹਾਂ ਮੈਂ ਨਿਤਨੇਮ ਦੀਆਂ ਟਰਾਂਸਲੇਸ਼ਨ ਦੇਖੀਆਂ, 2-3 ਨਿਤਨੇਮ ਦੀਆਂ ਟਰਾਂਸਲੇਸ਼ਨਸ ਨੇ, ਉਹਨਾਂ ਤੋਂ ਵੀ ਮੈਂ ਬੜਾ ਹੈਰਾਨ ਹੋਇਆ ਬਈ ਕਿਸ ਤਰ੍ਹਾਂ ਲੋਕ ਕੀ ਇਹ ਜਾਣਬੁੱਝ ਕੇ ਕਰ ਰਹੇ ਨੇ, ਕੀ ਇਹ ਇਗਨੋਰੈਂਸ ਹੈ ਕਿ ਕੀ ਇਹ ਐਵੇਂ ਆਪਣੀ ਆਕੜ ਵਿੱਚ ਹੀ ਜਾਣਬੁੱਝ ਕੇ ਇੱਕ ਦੋ ਗੱਲਾਂ ਜਿਹੜੀਆਂ ਨੇ ਆਪਣੇ ਸੁਭਾਅ ਨਾਲ ਵੱਖਰੀਆਂ ਕਰ ਦਿੱਤੀਆਂ। ਤੋ ਇਸ ਤਰ੍ਹਾਂ ਦੀ ਬਹੁਤ ਸਾਰੀ ਅੱਛਾ, ਫਿਰ ਸਿੱਖਿਜ਼ਮ ਬਾਰੇ, ਸਿੱਖ ਹਿਸਟਰੀ ਬਾਰੇ ਇਨਫੋਰਮੇਸ਼ਨ ਇੰਨੀ ਡਿਸਟੋਰਟਡ ਪਈ ਹੈ ਗੂਗਲਸ 'ਤੇ। ਦੇਖੋ, ਇੱਕ ਸਿੱਖ ਵਾਈਕੀ ਵਾਲਿਆਂ ਨੇ ਆਪਣਾ ਐਨਸਾਈਕਲੋਪੀਡੀਆ ਸ਼ੁਰੂ ਕੀਤਾ ਹੈ, ਬ੍ਰਿਟੈਨਿਕਾ ਵਾਲਿਆਂ ਦਾ ਵਾਈਕੀ ਪੀਡੀਆ ਹੈ, ਕਿੰਨੇ ਚੱਲ ਰਹੇ ਨੇ ਔਰ ਸਾਰਿਆਂ 'ਤੇ ਅਲੱਗ-ਅਲੱਗ ਇਨਫੋਰਮੇਸ਼ਨ ਹੈ। ਜੇ ਤਾਂ ਕੋਈ ਇੱਕ ਐਸੀ ਇੰਸਟੀਟਿਊਸ਼ਨ ਹੋਵੇ ਜਿੱਥੋਂ ਅਪਰੂਵ ਹੋ ਕੇ ਮਟੀਰੀਅਲ ਆਵੇ, ਫਿਰ ਤਾਂ ਇਸ ਦਾ ਮਸਲਾ ਹੱਲ ਹੋ ਸਕਦਾ ਹੈ ਔਰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਪਰ ਜੇਕਰ ਡਿਸਟੋਰਟਡ ਇਨਫੋਰਮੇਸ਼ਨ ਆਏਗੀ ਫਿਰ ਯਕੀਨਨ ਇਹ ਨੈਗੇਟਿਵ ਰੋਲ ਪਲੇ ਕਰੇਗੀ। ਆਈ ਹੈਵ ਗਾਟ ਦਿਸ ਇਨਫੋਰਮੇਸ਼ਨ ਜਿਹੜੀ ਕਿ ਮੋਸਟ ਡੈਮੇਜਿੰਗ। ਹਾਂਜੀ, paatshahdas.org। ਹਾਂਜੀ, Guru Granth Sahib that we have today is not genuine। ਇਸ ਤੋਂ ਵੱਡੀ ਸਾਜ਼ਿਸ਼ ਦੇਖੋ ਕੀ ਹੋ ਸਕਦੀ, ਖਤਰਨਾਕ ਗੱਲ ਕੀ ਹੋ ਸਕਦੀ ਹੈ ਦੋ ਪੱਖਾਂ ਤੋਂ। ਨੰਬਰ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਕਹਿਤਾ ਵੀ ਇਹ ਆਥੈਂਟਿਕ ਨਹੀਂ ਹੈ ਸਾਡੇ ਕੋਲ। ਦੁਨੀਆ ਵਿੱਚ ਇੱਕੋ ਇੱਕ ਗ੍ਰੰਥ ਹੈ ਜਿਹੜਾ ਆਥੈਂਟਿਕ ਹੈ। ਨਾ ਬਾਈਬਲ ਕ੍ਰਾਈਸਟ ਦੀ ਲਿਖੀ ਸਾਡੇ ਕੋਲ ਹੈ, ਨਾ ਕੁਰਾਨ ਮੁਹੰਮਦ ਸਾਹਿਬ ਦਾ ਲਿਖਿਆ ਹੋਇਆ ਹੈ, ਨਾ ਸਾਡੇ ਕੋਲ ਤੋਰਾਤ ਹੈ, ਨਾ ਸਾਡੇ ਕੋਲ ਧੰਪਦ ਹੈ, ਬੁੱਧ ਦੀ ਓਰੀਜਨਲ ਹੈ, ਕਿਸੇ ਦੀ ਲਿਖੀ ਨਹੀਂ। ਸਾਡੇ ਕੋਲ ਗੁਰੂ ਅਰਜਨ ਸਾਹਿਬ ਦਾ ਸੰਪਾਦਿਤ ਕੀਤਾ 1604 ਦਾ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਉਸ ਨੂੰ ਸੰਪੂਰਨ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਕੇ 1678 ਦਾ। ਉਹ ਸਭ ਤੋਂ ਵੱਧ ਆਥੈਂਟਿਕ ਚੀਜ਼ ਹੈ ਔਰ ਅਸੀਂ ਉਹਦੇ ਦੇ ਉੱਤੇ ਹੀ ਦੇਖੋ ਇਸ ਇੰਟਰਨੈਟ 'ਤੇ ਪਾਤਸ਼ਾਹੀ 10 ਪਾਤਸ਼ਾਹੀ.org ਵਾਲਿਆਂ ਨੇ ਇਸ ਤਰ੍ਹਾਂ ਦੀ ਗੱਲ ਸ਼ੁਰੂ ਕਰ ਦਿੱਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵੀ ਜੋ ਸਾਡੇ ਕੋਲ ਹੈ ਉਹ ਸਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਦੋਂ ਕਿੰਤੂ ਆ ਗਿਆ, ਗੁਰੂ ਗ੍ਰੰਥ ਸਾਹਿਬ ਦੇ ਬਾਰੇ ਸ਼ੰਕਾ ਖੜਾ ਕਰ ਦਿੱਤਾ ਗਿਆ, ਤਾਂ ਸਿੱਖੀ ਦੇ ਸਕ੍ਰਿਪਚਰਸ ਨੂੰ, ਸਿੱਖ ਧਰਮ ਦੇ ਵਜੂਦ ਨੂੰ ਸਿੱਧਾ ਹੀ ਚੈਲੰਜ ਕਰਨ ਤੇ ਕਨਫਿਊਜ਼ ਕਰਨ ਵਾਲੀ ਗੱਲ ਹੈ। ਟੂ ਇੰਪਰੂਵ ਦ ਸਿਚੁਏਸ਼ਨ, ਜਿਹੜੀਆਂ ਚੇਂਜਸ ਸਾਡੇ ਇੰਸਟੀਟਿਊਸ਼ਨਲ ਦੇ ਵਿੱਚ ਹੋਣੀਆਂ ਚਾਹੀਦੀਆਂ, ਬਹੁਤ ਜ਼ਰੂਰੀ ਹੈ। ਮੈਂ ਤਾਂ ਇੱਕ ਸੁਜੈਸਟ ਕੀਤਾ ਸੀ ਵੀ ਸਾਡੇ ਕੋਲ 2 ਇੰਸਟੀਟਿਊਸ਼ਨਸ ਨਵੀਆਂ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਔਰ ਜਿਹੜੀਆਂ ਪੁਰਾਣੀਆਂ ਇੰਸਟੀਟਿਊਸ਼ਨਸ ਨੇ ਉਹਦੇ ਵਿੱਚ ਰੋਲ ਅਦਾ ਕਰ ਸਕਦੀਆਂ ਨੇ, ਉਹ ਆਪਣੇ ਵੱਲੋਂ ਇਸ ਤਰ੍ਹਾਂ ਦੀਆਂ ਇੰਸਟੀਟਿਊਸ਼ਨਸ ਖੜੀਆਂ ਕਰਨ। ਇੱਕ ਹੈ ਸਿੱਖ ਇੰਟੈਲੈਕਚੁਅਲ ਪਾਰਲੀਮੈਂਟ ਵਰਗੀ ਕੋਈ ਇਸ ਤਰ੍ਹਾਂ ਦੀ ਸਿੱਖਾਂ ਦਾ ਬ੍ਰੇਨ ਸੈੱਲ ਜਿਹੜਾ ਹੈ
ਉਹ ਕਾਇਮ ਕੀਤਾ ਜਾਵੇ ਕਿ ਜਿੰਨੀ ਇਨਫੋਰਮੇਸ਼ਨ ਹੈ ਉਸ ਸਾਰੀ ਨੂੰ ਉਹ ਆਥੈਂਟੀਕੇਟ ਕਰੇ, ਜਿਹੜੀ ਗਲਤ ਹੈ ਉਸ ਨੂੰ ਕੰਡੈਮ ਕਰੇ, ਰਿਜੈਕਟ ਕਰੇ। ਔਰ ਦੂਸਰੀ ਹੈ ਵੀ ਇੱਕ ਸਿੱਖਾਂ ਦਾ ਐਸਾ ਪਲੇਟਫਾਰਮ ਹੋਣਾ ਚਾਹੀਦਾ ਸਾਰਾ ਇੰਟਰਨੈਸ਼ਨਲ, ਜਿੱਥੇ ਇਸ ਤਰ੍ਹਾਂ ਦੇ ਮਸਲੇ ਜਿਹੜੇ ਨੇ ਉਹ ਭਾਵੇਂ ਅਕੈਡਮਿਕ ਨੇ, ਭਾਵੇਂ ਧਾਰਮਿਕ ਨੇ, ਭਾਵੇਂ ਸਿਆਸੀ ਨੇ, ਭਾਵੇਂ ਸੋਸ਼ਲ ਨੇ, ਭਾਵੇਂ ਕਲਚਰਲ ਨੇ, ਭਾਵੇਂ ਜਿਸ ਤਰ੍ਹਾਂ ਉਹਨੇ ਤੁਸੀਂ ਥੋੜ੍ਹੀ ਦੇਰ ਪਹਿਲਾਂ ਜ਼ਿਕਰ ਕਰਕੇ ਹਟੇ ਹੋ ਦਾਜ ਦਾ ਮਸਲਾ ਹੈ, ਧੀਆਂ ਦਾ ਮਸਲਾ ਹੈ, ਇਹ ਸਾਰੇ ਦੇ ਸਾਰੇ ਜਿਹੜੇ ਮਸਲੇ ਨੇ ਉੱਥੇ ਵਿਚਾਰੇ ਜਾਇਆ ਕਰਨ। ਸੋ ਸਿੱਖ ਕਲਚਰ ਅਤੇ ਸਿੱਖ ਅਕੈਡਮਿਕ ਜਿਹੜੀਆਂ ਨੇ ਇਹ ਇੰਸਟੀਟਿਊਸ਼ਨਸ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਤੇ ਇਹ ਕੰਮ ਉਹੀ ਕਰ ਸਕਦੀਆਂ ਜਿੱਦਾਂ SGPC ਹੈ, ਅਕਾਲ ਤਖਤ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਸਾਡੇ ਕੋਲ ਆਲਰੇਡੀ ਮੌਜੂਦ ਧਾਰਮਿਕ ਮਿਸ਼ਨਰੀ ਅਕੈਡਮਿਕ ਇਹ ਇੰਸਟੀਟਿਊਸ਼ਨ ਨੇ, ਇਹਨਾਂ ਦੇ ਥਰੂ ਹੀ ਅਸੀਂ ਇਹਨਾਂ ਨੂੰ ਇੰਪਰੂਵ But they have to be independent. ਬਿਲਕੁਲ They have to be independent. They have to be without any influence of anybody. ਬਿਲਕੁਲ ਆਨਸਰੇਬਲ ਵੀ ਹੋਣ, Yes. ਹੈ ਜੀ, ਕੌਮ ਨੂੰ ਆਨਸਰੇਬਲ ਹੋਣ, ਇੰਟੈਲੈਕਚੁਅਲਸ ਨੂੰ ਆਨਸਰੇਬਲ ਹੋਣ, ਆਮ ਸੰਗਤ ਨੂੰ ਆਨਸਰੇਬਲ ਹੋਣ, ਔਰ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ, ਉਹਨਾਂ ਦੀ ਮੈਨੇਜਮੈਂਟ ਜਿਹੜੀ ਹੈ ਉਹ ਉਹਨਾਂ ਹੱਥਾਂ 'ਚ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਅੰਦਰ ਸੰਜੀਦਗੀ ਹੈ, ਜਿਹੜੀ ਸਾਡੇ ਜਿੱਦਾਂ ਅਸੀਂ ਪੁਰਾਣੇ ਰੋਲ ਮਾਡਲ ਦੀ ਗੱਲ ਕਰਦੇ ਹਾਂ ਉਹ ਜਿਹੇ ਰੋਲ ਮਾਡਲ ਜਿਹੜੇ ਉਹਨਾਂ ਨੂੰ ਚਲਾਉਣਗੇ ਅਤੇ ਤਾਂ ਹੀ ਜਿਹੜਾ ਅਸੀਂ ਇਸ ਸਾਰੇ ਦੇ ਵਿੱਚ ਸੁਧਾਰ ਕਰ ਸਕਾਂਗੇ। ਸਿੱਖੀ ਦਾ ਜਿਹੜੀ ਮਸਲਾ ਬਾਬਾ ਮੂਵਮੈਂਟ ਹੈ, ਜਿਹੜੀ ਡੇਰਾ ਮੂਵਮੈਂਟ ਹੈ, ਸਦੀਆਂ ਤੋਂ ਚੱਲੀ ਆ ਰਹੀ ਹੈ, ਹਾਂਜੀ, ਕਿਆ ਇਹਦੇ ਵਿੱਚ ਵੀ ਕੋਈ ਸੁਧਾਰ ਹੋ ਸਕਦਾ? ਮੇਰੇ ਖਿਆਲ 'ਚ ਇਹਨਾਂ ਵਿੱਚ ਸੁਧਾਰ ਨਹੀਂ ਹੋ ਸਕਦਾ। ਉਹਦਾ ਕਾਰਨ ਇਹ ਹੈ ਕਿ ਕਿਉਂਕਿ ਇਹ ਇੱਕ ਬੰਦੇ ਦੇ ਸਿਰ 'ਤੇ ਸਾਰਾ ਕੁਝ ਚੱਲਦਾ ਹੈ ਔਰ ਉਹਦੀ ਮਰਜ਼ੀ ਨਾਲ ਚੱਲਦਾ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਕਿਸੇ ਡੇਰੇ ਦੇ ਜਾਂ ਕਿਸੇ ਜੱਥੇ ਦੇ ਬੰਦੇ ਨਾਲ ਗੱਲ ਕਰੋ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਉਹ ਇਹ ਕਹਿੰਦੇ ਜੀ ਸਾਡੇ ਮੋਢੀ ਨੇ ਇਹ ਗੱਲ ਆਖੀ ਸੀ, ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਉਹਨਾਂ ਨੂੰ ਕੋਈ ਕੰਸਰ ਨਹੀਂ ਹੈ, ਤਾਂ ਉਹ ਉਸ ਦੇ ਪਿੱਛੇ ਚੱਲਦੇ ਨੇ। ਅਤੇ ਜਦੋਂ ਇੱਕ ਬੰਦੇ ਦੇ ਪਿੱਛੇ ਚੱਲਣਾ ਹੋਵੇ ਜਿਹੜਾ ਕਿ ਰੋਲ ਮਾਡਲ ਨਹੀਂ ਹੈ ਸਾਡਾ, ਜਿਹਦੀ ਕੋਈ ਔਥੈਂਟਿਸਿਟੀ ਨਹੀਂ ਹੈ, ਜਿਹੜਾ ਸਾਡੀ ਮਰਿਆਦਾ ਨੂੰ ਨਹੀਂ ਮੰਨਦਾ ਹੈ, ਜਿਹੜਾ ਸਾਡੀ ਹਿਸਟਰੀ ਨੂੰ ਵੀ ਨਹੀਂ ਮੰਨਦਾ ਹੈ, ਜਿਹੜਾ ਗੁਰਬਾਣੀ 'ਤੇ ਵੀ ਅਮਲ ਨਹੀਂ ਕਰਦਾ ਹੈ, ਜਿਹੜਾ ਨਿਤਨੇਮੀ ਵੀ ਖੁਦ ਨਹੀਂ ਹੈ, ਜਿਹੜਾ ਰਹਿਤ ਮਰਿਆਦਾ 'ਤੇ ਅਮਲ ਨਹੀਂ ਕਰਦਾ ਹੈ, ਉਹ ਇੰਸਟੀਟਿਊਸ਼ਨ ਆਪਾਂ ਨਹੀਂ ਸੁਧਾਰ ਸਕਦੇ। ਤਾਂ ਇਹਨਾਂ ਬਾਬਿਆਂ ਤੋਂ ਕੌਮ ਨੂੰ ਛੁਟਕਾਰਾ ਪਾਉਣਾ ਚਾਹੀਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੀਦਾ ਹੈ, ਸਿੱਖ ਸਿਧਾਂਤਾਂ ਨਾਲ ਜੁੜਨਾ ਚਾਹੀਦਾ ਹੈ, ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ, ਸਿੱਖ ਕਲਚਰ ਨਾਲ ਜੁੜਨਾ ਚਾਹੀਦਾ ਹੈ। I want to ask you, 2-3 minutes I have got only. How can we not agree on ਮੂਲ ਮੰਤਰ? ਦੇਖੋ, ਸਿੱਖੀ ਵਿੱਚ ਮੂਲ ਮੰਤਰ ਨਹੀਂ ਹੁੰਦਾ, ਮੰਤਰ ਹੀ ਕੋਈ ਨਹੀਂ ਹੁੰਦਾ। Yeah. ਹਾਂਜੀ, ਜੇ ਮੰਤਰ ਹੋਵੇ ਤਾਂ ਕੋਈ ਜਾਦੂ ਟੂਣਾ ਕੀਤਾ ਜਾ ਸਕਦਾ ਹੋਵੇਗਾ। ਮੂਲ ਮੰਤਰ ਇਹ ਹੈ ਨਹੀਂ, ਇਹ ਅਸਲ 'ਚ ਹੈ ਇਨਵੋਕੇਸ਼ਨ, ਜਿਹਨੂੰ ਮੰਗਲਾਚਰਨ ਕਹਿੰਦੇ ਆ, ਮੰਗਲ ਕਹਿੰਦੇ ਆ। Yeah. ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। That's right. ਅਸੀਂ ਇੱਕ ਓਂਕਾਰ ਅਕਾਲ ਪੁਰਖ ਦੀ ਗੱਲ ਕਰਦੇ ਹਾਂ। ਸਤਿਨਾਮ ਜਿਹੜਾ ਸੱਚ ਹੈ, ਕਰਤਾ ਹੈ, ਕ੍ਰੀਏਟਰ ਹੈ ਸਾਰੀ ਦੁਨੀਆ ਦਾ, ਨਿਰਭਉ ਹੈ, ਨਿਰਵੈਰ ਹੈ ਔਰ ਅਕਾਲ ਦੀ ਮੂਰਤ ਹੈ, ਜਿਸ ਦੇ ਉੱਤੇ ਕਾਲ ਦਾ ਅਸਰ ਨਹੀਂ ਹੈ, ਆਪਣੇ ਆਪ ਨੂੰ ਉਸਨੇ ਸਵੈਭੰਗ ਕ੍ਰੀਏਟ ਕੀਤਾ ਹੈ। ਅਤੇ ਜਦੋਂ ਅਸੀਂ ਕੋਈ ਰਚਨਾ ਸ਼ੁਰੂ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਸ਼ਬਦ ਦੇਖ ਲਓ, ਕੋਈ ਰਾਗ ਜਿੱਥੋਂ ਸ਼ੁਰੂ ਹੁੰਦਾ ਹੈ, ਕੋਈ ਬਾਣੀ ਪਾਰਟੀਕੂਲਰ ਸ਼ੁਰੂ ਹੁੰਦੀ ਹੈ, ਤਾਂ ਉਹਦੇ ਵਿੱਚ ਇਹ ਜਿਹੜਾ ਹੈ ਮੰਗਲ ਦਿੱਤਾ ਹੁੰਦਾ ਹੈ। Why so many versions? ਮੈਂ ਇਸ ਕਰਕੇ ਲੱਗਾ ਵੀ ਉਹਦੇ ਵਿੱਚ ਅਖੀਰ 'ਤੇ ਇੱਕ ਲਫ਼ਜ਼ ਹੁੰਦਾ ਗੁਰਪ੍ਰਸਾਦ। ਅਸੀਂ ਕਈ ਲੋਕਾਂ ਨੇ ਇਹਦੀ ਟਰਾਂਸਲੇਸ਼ਨ ਕਰ ਰਹੀ ਹੈ ਵੀ ਗੁਰੂ ਦੀ ਮਿਹਰ ਨਾਲ ਉਹ ਰੱਬ ਮਿਲਦਾ ਹੈ। Yeah. ਐਕਚੁਅਲੀ ਇਹਦਾ ਮਤਲਬ ਹੈ ਕਿ ਇਹ ਜਿਹੜਾ ਅਕਾਲ ਪੁਰਖ ਹੈ, ਇੱਕ ਓਂਕਾਰ ਤੋਂ ਸਵੈਭੰਗ ਤੱਕ, ਮੈਂ ਉਸ ਦੀ ਮਿਹਰ ਨਾਲ, ਗੁਰੂ ਪ੍ਰਸਾਦ, ਉਸ ਗੁਰੂ ਦੇ ਪ੍ਰਸਾਦ, ਉਹਦੀ ਮਿਹਰ ਨਾਲ ਮੈਂ ਇਹ ਰਚਨਾ ਸ਼ੁਰੂ ਕਰਨ ਲੱਗਾ ਹਾਂ ਜਿਹੜੀ ਬਾਣੀ ਹੈ। ਅਤੇ ਜੇਕਰ ਅਸੀਂ ਉਹਦੇ 'ਚ ਜਪ ਆਦਿ ਸੱਚ ਜੁਗਾਦ ਸੱਚ ਪਾ ਦਈਏ, ਉਸ ਦਾ ਕੋਈ ਮੀਨਿੰਗ ਹੀ ਨਹੀਂ ਬਣਦਾ, ਨਾ ਸਿਧਾਂਤਕ ਤੌਰ 'ਤੇ ਮੀਨਿੰਗ ਬਣਦਾ ਹੈ ਅਤੇ ਨਾ ਹੀ ਮੰਗਲ ਦੇ ਤੌਰ 'ਤੇ, ਮੰਗਲਾਚਰਨ ਦੇ ਤੌਰ 'ਤੇ। ਤਾਂ ਅਸੀਂ ਮੰਗਲਾਚਰਨ ਨੂੰ ਜਦੋਂ ਅਸੀਂ ਮੰਤਰ ਬਣਾ ਲਿਆ ਤਾਂ ਉਹਦੇ ਵਿੱਚ ਹੀ ਸਾਡਾ ਨੁਕਸਾਨ ਹੋਇਆ ਹੈ। ਤਾਂ ਸਾਨੂੰ ਮੰਗਲਾਚਰਨ ਨੂੰ ਮੰਗਲ ਹੀ ਰਹਿਣ ਦੇਣਾ ਚਾਹੀਦਾ। Now my question is this. We have talked so much about all this. It is short. ਹਾਂਜੀ, ਬਿਲਕੁਲ। Still it is short. ਦੇਖੋ, ਜਦੋਂ ਮਸਲਾ ਵੱਡਾ ਹੋਵੇ ਤੇ ਉਹਦੇ ਵਾਸਤੇ ਸਾਨੂੰ ਸਾਰੇ ਨੁਕਤੇ ਵੀ ਵਿਚਾਰਨੇ ਪੈਂਦੇ ਨੇ, ਤਾਂ ਅਜੇ ਵੀ ਇਹ ਸ਼ਾਰਟ ਹੈ ਤਾਂ ਐਂਡਲੈਸ ਹੈ। What is the responsibility of the Sangat to improve the whole thing? ਸੰਗਤ ਦੋ ਤਰ੍ਹਾਂ ਦਾ ਰੋਲ ਅਦਾ ਕਰ ਸਕਦੀ ਹੈ। ਜਿਸ ਤਰ੍ਹਾਂ ਇੱਕ ਤਾਂ ਜਿਹੜੇ ਇਸ ਇਨਫੋਰਮੇਸ਼ਨ ਨੂੰ ਸਾਨੂੰ ਦੇ ਰਹੇ ਨੇ, ਜੋ ਸਾਡੇ 'ਚ ਧਰਮ ਪ੍ਰਚਾਰ ਕਰ ਰਹੇ ਨੇ, ਜੋ ਸਾਡੇ ਇੰਸਟੀਟਿਊਸ਼ਨਸ ਨੂੰ ਚਲਾ ਰਹੇ ਨੇ ਜਾਂ ਮੈਨੇਜ ਕਰ ਰਹੇ ਨੇ, ਉਹਨਾਂ ਨੂੰ ਧੌਣ ਤੋਂ ਫੜ ਸਕਦੇ ਹਾਂ, ਧੌਣ ਤੋਂ ਫਿਜ਼ੀਕਲੀ ਨਹੀਂ, ਯਾਨੀ ਉਹਨਾਂ ਤੋਂ ਜਵਾਬਦੇਹੀ ਕਰ ਸਕਦੇ ਹਾਂ ਵੀ ਤੁਸੀਂ ਕੌਮ ਨੂੰ ਕਿਉਂ ਨੁਕਸਾਨ ਕਰ ਰਹੇ ਹੋ। ਸਾਡੀ ਜਨਰੇਸ਼ਨ ਜਿਹੜੀ ਹੈ ਸਾਡਾ ਸਰਮਾਇਆ ਹੈ,
ਆਪਣੇ ਸਰਮਾਏ ਨੂੰ ਗੁੰਮ ਨਾ ਹੋਣ ਦਿਓ, ਖਤਮ ਨਾ ਹੋਣ ਦਿਓ। ਤੇ ਜੇ ਇਹ ਸਰਮਾਏ ਨੂੰ ਨਾ ਸੰਭਾਲਿਆ ਤੇ ਕੱਲ੍ਹ ਨੂੰ ਜਿਹੜੀ ਸਾਨੂੰ ਸ਼ੱਕ ਵਾਲੀ ਗੱਲ ਵਿੱਚ ਪਾਇਆ ਜਾਂਦਾ ਹੈ ਵੀ ਸਿੱਖ ਧਰਮ ਖਤਮ ਹੋ ਜਾਏਗਾ, ਉਹ ਗੱਲਾਂ ਸਾਡੇ ਸਾਹਮਣੇ ਆਉਣ ਲੱਗ ਪੈਣਗੀਆਂ। ਤੇ ਜੇ ਸਿੱਖੀ ਨੂੰ ਬਚਾਉਣਾ ਹੈ ਤੇ ਸੰਗਤ ਨੂੰ ਚਾਹੀਦਾ ਹੈ ਕਿ ਇਹ ਇਹਨਾਂ ਕੋਲੋਂ ਜਵਾਬ ਤਲਬੀ ਕਰੇ ਔਰ ਇਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਵਾਸਤੇ ਰੋਲ ਅਦਾ ਕਰੇ। ਦੈਟ ਮੀਨਸ ਜਿਹੜੀ ਇਹ ਸੰਗਤ ਦੀ ਰਿਸਪੌਂਸਿਬਿਲਿਟੀ ਹੈ, ਉਹਨਾਂ ਨੂੰ ਇਹ ਰਿਸਪੌਂਸਿਬਿਲਿਟੀ ਲੈਣੀ ਪਏਗੀ ਕਿ ਜਿਹੜੇ ਸਾਡੇ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਅਕਾਊਂਟੇਬਲ ਬਣਾਉਣ। ਬਿਲਕੁਲ, ਸਿਰਫ ਗੁਰਦੁਆਰੇ ਮੱਥਾ ਟੇਕ ਕੇ ਤੇ ਲੰਗਰ ਛਕ ਕੇ ਨਾ ਚੱਲ ਜਾਇਆ ਕਰਨ, ਔਰ ਇਹਨਾਂ ਨੂੰ ਟਰਾਂਸਪੇਰੈਂਟ ਬਣਾਉਣ। ਹਾਂਜੀ, ਬਿਲਕੁਲ ਬਿਲਕੁਲ। ਔਰ ਇਹ ਜਿਹੜੀ ਚੀਜ਼ ਹੈ, ਜਿੰਨਾ ਚਿਰ ਸੰਗਤ ਗੁਰਦੁਆਰੇ ਦਾ ਖਰਚ ਜਿਹੜਾ ਕਿ ਅੱਜ ਕੱਲ੍ਹ ਹਜ਼ਾਰਾਂ ਲੱਖਾਂ ਡਾਲਰਾਂ ਦੇ ਵਿੱਚ ਮੁਕੱਦਮਿਆਂ 'ਤੇ ਚੱਲ ਰਿਹਾ, ਉਹਨੂੰ ਬੰਦ ਨਾ ਕਰਨਗੇ ਔਰ ਇਹਨਾਂ ਸੱਜਣਾਂ ਨੂੰ ਮਜਬੂਰ ਨਹੀਂ ਕਰਨਗੇ ਕਿ ਅਗਰ ਤੁਸੀਂ ਮੁਕੱਦਮੇਬਾਜ਼ੀ 'ਤੇ ਪੈਸਾ, ਕੋਈ ਵੀ ਪੈਸਾ ਆਫਟਰ ਸਰਟਨ ਲਿਮਿਟ ਲਗਾਉਣਾ ਹੈ ਸੰਗਤ ਦਾ, that must be approved somebody somewhere openly। ਬਿਲਕੁਲ, ਸੰਗਤ ਨੂੰ ਜਿਹੜਾ ਅੱਜ ਕੱਲ੍ਹ ਤਾਂ ਦੁਨੀਆ ਸਾਰੇ ਪਾਸੇ ਰਾਈਟ ਟੂ ਇਨਫੋਰਮੇਸ਼ਨ, ਅਸੀਂ ਗਵਰਨਮੈਂਟ ਦੀ ਲੇਟੈਸਟ ਮਾਈਨਿਊਟੈਸਟ ਪ੍ਰਾਈਵੇਟ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਵਾਸਤੇ ਰਾਈਟ ਟੂ ਇਨਫੋਰਮੇਸ਼ਨ 'ਚ ਲੈ ਸਕਦੇ ਹਾਂ। ਸਾਨੂੰ ਗੁਰਦੁਆਰੇ ਦੇ ਇਕੱਲੇ ਪਾਈ ਦਾ ਹਿਸਾਬ ਪਤਾ ਹੋਣਾ ਚਾਹੀਦਾ ਔਰ ਸੰਗਤ ਨੂੰ ਬਿਲਕੁਲ ਲਿਹਾਜ਼ ਨਹੀਂ ਕਰਨਾ ਚਾਹੀਦਾ ਰਿਸ਼ਤੇਦਾਰੀ ਦਾ, ਦੋਸਤੀ ਦਾ, ਧੜੇ ਦਾ, ਇਲਾਕੇ ਦਾ। ਔਰ ਜਿਹੜੇ ਲੋਕ ਗੁਰਦੁਆਰੇ ਦੀ ਦੌਲਤ ਨੂੰ ਖਰਾਬ ਕਰਦੇ ਨੇ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਇਹਦੀ ਬਜਾਏ ਕਿ ਜਿਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਚੱਲਦਾ ਹੈ, ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਜਿਹੜਾ ਗੁਰਦੁਆਰੇ ਦੀ ਮਦਦ ਆਵੇ, ਗੁਰਦੁਆਰੇ ਦਾ ਪੈਸਾ ਆਵੇ, ਸੰਗਤ ਦੀ ਡੋਨੇਸ਼ਨ ਆਵੇ, ਤੇ ਇਹ ਗਲਤ ਪਾਸੇ ਚੱਲਣ ਤੋਂ ਸੰਗਤ ਆਪ ਹੀ ਰੋਕ ਸਕਦੀ ਹੈ। ਤੇ ਇਹ ਰੋਕਣਾ ਵੀ ਕਿਸੇ ਵਾਸਤੇ ਨਹੀਂ ਹੈ, ਆਪਣੇ ਵਾਸਤੇ ਔਰ ਆਉਣ ਵਾਲੀ ਨਸਲ ਵਾਸਤੇ ਰੁਕਣਾ ਹੈ। ਤੇ ਜੇ ਸਾਨੂੰ ਕੌਮ ਦਾ ਭਲਾ ਚਾਹੀਦਾ ਹੈ, ਜੇ ਚੰਗਾ ਭਵਿੱਖ ਚਾਹੀਦਾ ਆਪਣਾ, ਆਪਣੀ ਕੌਮ ਦਾ, ਆਪਣੀ ਜਨਰੇਸ਼ਨ ਦਾ, ਅਸੀਂ ਉਹਨਾਂ ਨੂੰ ਬਚਾਉਣਾ ਹੈ ਤੇ ਸੰਗਤ ਨੂੰ ਇਸ ਪਾਸੋਂ ਜਾਗਰੂਕ ਹੋਣਾ ਪਏਗਾ, ਕੌਨਸ਼ੀਅਸ ਹੋਣਾ ਪਏਗਾ ਔਰ ਪਹਿਲ ਕਰਨੀ ਪਏਗੀ। ਸੰਗਤ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੈ ਤੇ ਜੇ ਅਸੀਂ ਆਪਣੀ ਤਾਕਤ ਨਹੀਂ ਵਰਤਦੇ ਤੇ ਅਸੀਂ ਆਪ ਵੀ ਗੁਨਾਹਗਾਰ ਹਾਂ। ਤੇ ਸਭ ਤੋਂ ਪਹਿਲਾਂ I will request one thing more, I will go further, let us start from the family। ਜੀ, ਸਿੱਖੀ ਨੂੰ ਕਾਇਮ ਰੱਖਣ ਵਾਸਤੇ ਫੈਮਿਲੀ ਪਹਿਲਾਂ ਆਏਗੀ, ਸੰਗਤ ਪਿੱਛੋਂ ਆਏਗੀ ਔਰ ਉਸ ਤੋਂ ਬਾਅਦ ਇਦਾਰਾ ਆਏਗਾ, ਇੰਸਟੀਟਿਊਸ਼ਨ ਆਏਗਾ। ਬਿਲਕੁਲ, ਹਰ ਇੱਕ ਸਿੱਖ ਨੂੰ ਰੋਲ ਮਾਡਲ ਬਣਨਾ ਪਵੇਗਾ ਆਪਣੇ ਬੱਚਿਆਂ ਵਾਸਤੇ। ਇਹ ਇੱਕ ਬਹੁਤ ਇੰਪੋਰਟੈਂਟ ਗੱਲ ਹੈ। ਮੈਂ ਕਈ ਵਾਰੀ ਕਿਹਾ ਕਰਦਾ ਹਾਂ ਕਿ ਸਾਰੇ ਸਿੱਖਾਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਮਿਸ਼ਨਰੀ ਸਮਝਣ, ਧਰਮ ਦੇ ਪ੍ਰਚਾਰਕ ਸਮਝਣ। ਉਹ ਧਰਮ ਦੇ ਪ੍ਰਚਾਰ ਦੋ ਪੱਖਾਂ ਤੋਂ ਹੋ ਸਕਦੇ ਆ, ਇੱਕ ਆਪ ਵਧੀਆ ਸਿੱਖ ਬਣ ਕੇ ਤੇ ਦੂਜਾ ਸਿੱਖ ਧਰਮ ਬਾਰੇ ਸਹੀ ਇਨਫੋਰਮੇਸ਼ਨ ਦੇ ਕੇ ਆਪਣਾ ਇਖਲਾਕ, ਆਪਣਾ ਜੀਵਨ ਔਰ ਜਾਣਕਾਰੀ ਜਿਹੜੀ ਹੈ ਉਹ ਰੋਲ ਮਾਡਲ ਬਣ ਕੇ, ਬਣਾ ਕੇ, ਦੱਸ ਕੇ ਇਹ ਸਾਰਾ ਕੁਝ ਜਿਹੜਾ ਹੈ ਇੱਕ ਚੰਗੇ ਸਿੱਖ ਮਿਸ਼ਨਰੀ ਦੇ ਤੌਰ ਤੇ ਆਪਾਂ ਆਪਣਾ ਜੀਵਨ ਬਣਾ ਲਈਏ ਤਾਂ ਮੈਂ ਸਮਝਦਾ ਕਿ ਉਹਨੂੰ ਵੇਖ ਕੇ ਹੀ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਸਿੱਖਣਾ ਸ਼ੁਰੂ ਕਰ ਦੇਵੇਗੀ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਦਲਗੀਰ ਸਾਹਿਬ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ ਮੇਰੇ ਰੰਗ ਲੈ ਜਾਏ ਸੁਤੇ ਜੀਰਾਨ, ਸੱਜਣ